ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਹ ਮਰਨੈ ਸਭ ਜਗਤ ਤਰਾਸਿਆ, ਸੋ ਮਰਨਾ ਗੁਰ ਸ਼ਬਦ ਪ੍ਰਕਾਸ਼ਿਆ। ਜਿਹ ਮਰਨੈ ਸਭ ਜਗਤ ਤਰਾਸਿਆ, ਸੋ ਮਰਨਾ ਗੁਰ ਸ਼ਬਦ ਪ੍ਰਕਾਸ਼ਿਆ। ਅਬ ਕੈਸੇ ਮਰੋਂ ਮਰਨ ਮਨ ਮਾਨਿਆ, ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ। ਮਰਨੋ ਮਰਨ ਕਹੈ ਸਭ ਕੋਇ, ਸਹਜੈ ਮਰੈ ਅਮਰ ਹੋਏ ਸੋਇ। ਕਹੋ ਕਬੀਰ ਮਨ ਭਇਆ ਆਨੰਦਾ, ਗਿਆ ਭਰਮ ਰਿਆ ਪਰਮਾਨੰਦਾ। ਗਗਨ ਦਮਾਮਾ ਬਾਜਿਓ, ਭਰਿਓ ਨਿਸ਼ਾਨੈ ਘਾਉ। ਖੇਤ ਜੋ ਮਾਂਡਿਓ ਸੂਰਮਾ, ਅਬ ਜੂਝਨ ਕੋ ਦਾਉ। ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ। ਪੁਰਜਾ ਪੁਰਜਾ ਕਟ ਮਰੈ, ਕਬਹੂ ਨ ਛਾਡੈ ਖੇਤ। ਜੇ ਦੇਹੈ ਦੁਖ ਲਾਇਐ, ਪਾਪ ਗਰੈ ਦੋਇ ਰਾਹੁ। ਰਤ ਪੀਣੇ ਰਾਜੇ ਸਿਰੈ ਉਪਰ ਰੱਖੀਐ, ਏਵੈ ਜਾਪੈ ਭਾਉ। ਪੀ ਤੂੰ ਹੈ ਸਾਲਾਹਣਾ, ਆਖਣ ਲਹੈ ਨਾ ਚਾਉ। ਪੀ ਤੂੰ ਹੈ ਸਾਲਾਹਣਾ, ਆਖਣ ਲਹੈ ਨਾ ਚਾਉ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਅਤੇ ਸਿੰਘਾਸਨ ਦੇ ਮਾਲਕ, ਬਾਣੀ ਕੇ ਬੋਹਿਤ ਸਰਬ ਸਾਂਝੀਵਾਲਤਾ ਦੇ ਪ੍ਰਤੀਕ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅਤੇ ਜ਼ਾਹਰ ਪੀਰ ਜਗਤ ਗੁਰੂ ਬਾਬਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੇ ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬੋ ਪਰਉਪਕਾਰੀ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਮਹਾਨ
ਪਵਿੱਤਰ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਦੁੱਗਰੀ ਲੁਧਿਆਣਾ ਵਿਖੇ ਸੁਭਾਇਮਾਨ ਬਹੁਤ ਹੀ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀ ਵਡਭਾਗੇ ਹੋ, ਜੋ ਪ੍ਰਾਤः ਕਾਲ ਨੀਂਦ ਆਲਸ ਆਦਿ ਦਾ ਤਰਕ ਤਿਆਗ ਕਰਦਿਆਂ ਹੋਇਆਂ ਬਾਕਾਇਦਾ ਮੌਸਮ ਦਾ ਮੁਕਾਬਲਾ ਕਰਕੇ ਆਪ ਜੀ ਗੁਰੂ ਦਰਬਾਰ ਪਹੁੰਚ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ। ਤੋ ਸਾਧ ਸੰਗਤ, ਹੁਣ ਵਕਤ ਹੋਇਆ ਹੈ ਗੁਰਮਤਿ ਵਿਚਾਰਾਂ ਦਾ। ਤੋ ਇਹ ਆਪ ਸਾਰੀਆਂ ਸੰਗਤਾਂ ਨੂੰ ਗਿਆਤ ਹੈ ਕਿ ਇਹਨਾਂ ਦਿਨਾਂ ਵਿੱਚ ਸ਼ਹਾਦਤਾਂ ਦਾ ਇੱਕ ਲੰਬਾ ਦੌਰ ਚੱਲਿਆ। ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸ੍ਰੀ ਅਨੰਦਪੁਰ ਸਾਹਿਬ ਤੋਂ ਕਿਲੇ ਛੱਡ ਕੇ ਨਿਕਲਣਾ ਔਰ ਫਿਰ ਇਸ ਇਤਿਹਾਸ ਦੀਆਂ ਅਗਲੀਆਂ ਕੜੀਆਂ, ਜਿਹਦੇ ਵਿੱਚ ਪਰਿਵਾਰ ਵਿਛੋੜਾ ਵਾਲੇ ਮੁਕਾਮ ਤੇ ਯੁੱਧ, ਸਾਕਾ ਸ੍ਰੀ ਚਮਕੌਰ ਸਾਹਿਬ, ਸਾਕਾ ਸ੍ਰੀ ਫਤਿਹਗੜ੍ਹ ਸਾਹਿਬ, ਔਰ ਉਦੋਂ ਬਾਅਦ ਵੀ ਹਾਲਾਤਾਂ ਨੇ ਹਜ਼ੂਰ ਨੂੰ ਇਸ ਕਦਰ ਕਰਵਟ ਨਾ ਬਦਲਣ ਦਿੱਤੀ। ਤੋ ਇੱਕ ਮੌਸਮ ਦਾ ਮੁਕਾਬਲਾ, ਸਰਦੀਆਂ ਦੇ ਦਿਨ, ਭੁੱਖਣ ਭਾਣੇ ਸਾਰੇ ਸਿੰਘ ਔਰ ਬੇਸਰੋ ਸਾਮਾਨ, ਕੋਈ ਸਰਦੀ ਦੇ ਬਚਾਵ ਲਈ ਸਰੰਜਾਮ ਨਹੀਂ, ਔਰ ਦੁਸ਼ਮਣ ਜਿਹੜਾ ਹੈ ਉਹ ਤਾਕਤਵਰ ਹੈ, ਔਰ ਜੇ ਮੈਂ ਕਹਿ ਲਾਂ ਵੀ ਪੱਤਾ ਪੱਤਾ ਸਿੰਘਾਂ ਦਾ ਵੈਰੀ ਸੀ ਤੇ ਕੋਈ ਅਤ ਕਥਨੀ ਨਹੀਂ। तमाम ਪਹਾੜੀਏ ਔਰ ਸ਼ਾਹੀ ਫੌਜ ਪਿਛਲੇ 6 ਮਹੀਨਿਆਂ ਤੋਂ ਘੇਰਾ ਕੱਤ ਕੇ ਬੈਠੀ ਸੀ। ਪਰ ਆਓ ਇਹਨੂੰ ਸਿਸਟਮੈਟਿਕਲੀ ਕਿਵੇਂ ਹਜ਼ੂਰ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਕਿਲੇ ਛੱਡੇ ਔਰ ਕਿਸ ਕਦਰ ਫਿਰ ਅਗਲਾ ਇਤਿਹਾਸ ਜਿਹੜਾ ਉਹ ਸਾਡਾ ਮਾਰਗਦਰਸ਼ਨ ਕਰਦਾ ਹੈ। ਮੈਨੂੰ ਹੁਕਮ ਹੋਇਆ ਹੈ ਵੀ ਇਹ ਰਹਿੰਦੇ ਦਿਨ ਜਿਹੜੇ ਨੇ ਆਪ ਜੀ ਲਗਾਤਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੀਅਰ ਅਬਾਊਟ 28 ਤਰੀਕ ਤੱਕ ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਔਰ ਸਾਹਿਬਜ਼ਾਦਾ ਫਤਿਹ ਸਿੰਘ, ਮਾਤਾ ਗੁਜਰੀ ਜੀ, ਵਿਦਵਾਨ ਮਾਤਾ ਗੁਜਰ ਕੌਰ ਵੀ ਕਹਿੰਦੇ ਨੇ। ਤੋ ਇਹਨਾਂ ਮਹਾਨ ਸ਼ਹੀਦਾਂ ਦੀ ਸ਼ਹਾਦਤ ਜਿਹੜੀ ਏ ਉਹ ਦ੍ਰਿਸ਼ ਅਸੀਂ ਆਪਣੀਆਂ ਅੱਖਾਂ ਦੇ ਸਾਹਮਣੇ ਫਿਲਮਾ ਕੇ ਉਹਨਾਂ ਸ਼ਹੀਦਾਂ ਨੂੰ ਅਭਿਨੰਦਨ ਕਰਾਂਗੇ। ਭਾਵੇਂ ਇਤਿਹਾਸ ਉਹ ਹੀ ਏ, ਹਰ ਵਰੇ ਅਸੀਂ ਉਹਨੂੰ ਰਿਪੀਟ ਕਰਨੇ ਆ, ਅਸੀਂ ਉਹਨੂੰ ਦੁਹਰਾਨੇ ਆ, ਪਰ ਕਿਉਂਕਿ ਇਹ ਬੜਾ ਮਹੱਤਵਪੂਰਨ ਹਿੱਸਾ ਹੈ ਇਤਿਹਾਸ ਦਾ ਔਰ ਇਹਨੂੰ ਨਾ ਦੁਹਰਾਣਾ ਉਹਨਾਂ ਸ਼ਹੀਦਾਂ ਨਾਲ ਇੱਕ ਬਹੁਤ ਵੱਡੀ ਬੇਇਨਸਾਫੀ ਹੁੰਦੀ ਹੈ। ਇਸ ਵਾਸਤੇ ਆਓ ਸਾਧ ਸੰਗਤ, ਅਸੀਂ ਉਹਨਾਂ ਸ਼ਹੀਦਾਂ ਨੂੰ ਉਹਨਾਂ ਦੇ ਇਤਿਹਾਸ ਦੇ ਮਾਧਿਅਮ ਨਾਲ ਅਭਿਨੰਦਨ ਕਰੀਏ ਔਰ ਕੁਝ ਮਿੰਟ ਇਤਿਹਾਸ ਤੇ ਪੰਛੀ ਝਾਤ ਮਾਰੀਏ। ਵਿਚਾਰ ਸਤਿਗੁਰੂ ਜੀ ਦੀ ਕਿਰਪਾ ਤੇ ਆਪ ਸੰਗਤ ਦੀ ਅਸੀਸ ਨਾਲ ਨੇਪਰੇ ਚੜ੍ਹਨਾ ਹੈ। ਮੁਰਾਦ ਇਹ ਹੈ ਕਿ ਆਪ ਜੀ ਨੇ ਇਕਾਗਰਤਾ ਬਖਸ਼ਣੀ ਔਰ ਸਾਥ ਦੇਣਾ ਤਾਂ ਕਿ ਅਸੀਂ ਵਿਚਾਰ ਕਹਿਣ ਸੁਣਨ ਵਿੱਚ ਸਫਲ ਹੋ ਸਕੀਏ, ਕਾਮਯਾਬ ਹੋ ਸਕੀਏ। ਤੋ ਆਓ ਸਾਧ ਸੰਗਤ, ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਕਰਦੇ ਹੋਏ ਨਾਚੀਜ਼ ਨੂੰ ਅਗਲੇਰੀ ਵਿਚਾਰ ਸ਼ੁਰੂ ਕਰਨ ਦੀ ਆਗਿਆ ਦਿਓ ਤੇ ਇੱਕ ਵਾਰ ਸਾਰੀ ਸੰਗਤ ਪਿਆਰ ਭੇਜ ਇਕੱਠੇ ਹੋ ਕੇ ਬੁਲਾਓ ਫਤਿਹ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਾਰਿਆਂ ਨੇ ਰਾਤਰੀ ਦੇ ਇਤਿਹਾਸ ਵਿੱਚ ਇਤਫਾਕ ਨਾਲ ਅੱਜ ਦੇ ਦਿਨਾਂ ਦਾ ਹੀ ਇਤਿਹਾਸ ਚੱਲ ਰਿਹਾ ਹੈ, ਜਿਹੜਾ ਇਸ ਸਥਾਨ ਤੇ 4:30 ਤੋਂ 5:30 ਵਜੇ ਤੱਕ ਇਤਿਹਾਸ ਦੀ ਕਥਾ ਹੁੰਦੀ ਹੈ। ਉਹ ਵੀ ਅਸੀਂ ਲਗਭਗ ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਵਾਲੇ ਪ੍ਰਸੰਗ ਤੱਕ ਪਹੁੰਚ ਗਏ ਹਾਂ। ਤੋ ਜਦੋਂ ਤੁਸੀਂ ਇਤਿਹਾਸ ਨੂੰ ਕੋਖੋਗੇ ਤੇ ਪਾਓਗੇ ਕਿ ਨਾ ਸਿਰਫ ਪਹਾੜੀ ਰਾਜਿਆਂ ਨੇ ਬਲਕਿ ਸ਼ਾਹੀ ਫੌਜਾਂ ਨੇ
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਸ੍ਰੀ ਅਨੰਦਪੁਰ ਸਾਹਿਬ ਖਾਲੀ ਕਰਾਉਣ ਵਾਸਤੇ ਪੂਰੀ ਵਾਹ ਲਾਈ, ਕੋਈ ਕਸਰ ਬਾਕੀ ਨਹੀਂ ਛੱਡੀ। ਪਰ ਇਹ ਵਿਦਤ ਰਵੇ ਵੀ ਕਿਸੇ ਵੀ ਨੇਸ਼ਨ ਵਿੱਚ, ਕਿਸੇ ਵੀ ਦੇਸ਼ ਵਿੱਚ ਜਿਹੜਾ ਉੱਥੋਂ ਦਾ ਬੌਰਨ ਲੋਕ ਹੁੰਦੇ ਨੇ ਔਰ ਉਹਨਾਂ ਦੀ ਜਿਹੜੀ ਜ਼ਰ ਖਰੀਦ ਜ਼ਮੀਨ ਹੁੰਦੀ ਹੈ, ਜਿਹਨੂੰ ਅੱਜ ਕੱਲ੍ਹ ਤੁਸੀਂ ਰਜਿਸਟ੍ਰੇਸ਼ਨ ਕਹਿੰਦੇ ਹੋ, ਕੋਈ ਕਾਨੂੰਨ ਉਹਨੂੰ ਉਹਦੇ ਤੋਂ ਬੇਦਖਲ ਕਰਨ ਦੀ ਅਧਿਕਾਰ ਨਹੀਂ ਦਿੰਦਾ। ਇੱਕ ਤੇ ਹਜ਼ੂਰ ਵਿਦੇਸ਼ੀ ਨਹੀਂ, ਹਜ਼ੂਰ ਚਾਈਨਾ ਵਿੱਚੋਂ, ਨੇਪਾਲ ਵਿੱਚੋਂ ਜਾਂ ਕਿਸੇ ਫੋਰਨ ਕੰਟਰੀ ਚੋਂ ਨਹੀਂ ਆਏ ਵੀ ਉਹ ਕਿਸੇ ਹੋਰ ਕੰਟਰੀ ਦੇ ਬੌਰਨ ਨੇ, ਉਹ ਹਿੰਦੁਸਤਾਨ ਦੇ ਜੰਮਪਲ ਨੇ। ਔਰ ਦੂਸਰਾ, ਜਿਸ ਜ਼ਮੀਨ ਨੂੰ ਖਾਲੀ ਕਰਨ ਲਈ ਕਿਹਾ ਜਾ ਰਿਹਾ ਹੈ, ਜਿਸ ਅਨੰਦਪੁਰ ਸਾਹਿਬ ਨੂੰ ਛੱਡਣ ਲਈ ਕਿਹਾ ਜਾ ਰਿਹਾ ਹੈ, ਉਹ ਇਸ ਤਰ੍ਹਾਂ ਨਹੀਂ ਜਿਸ ਤਰ੍ਹਾਂ ਅਸੀਂ ਕਰਨੇ ਆ, ਕੇਵਲ ਗੱਲ ਸਮਝਣ ਲਈ। ਆਮ ਤੌਰ ਤੇ ਸਾਡੇ ਜਿਹੜੇ ਧਾਰਮਿਕ ਸਥਾਨ ਨੇ, ਚਾਹੇ ਉਹ ਸਿੱਖਾਂ ਦੇ ਨੇ, ਚਾਹੇ ਉਹ ਮੁਸਲਮਾਨਾਂ ਦੇ ਨੇ, ਚਾਹੇ ਉਹ ਹਿੰਦੂ ਵੀਰਾਂ ਦੇ ਨੇ, ਮੈਨੂੰ ਖਿਮਾ ਕਰਨਾ, ਉਹ 50% ਤੋਂ ਜ਼ਿਆਦੇ, ਉਹ ਮੈਨੂੰ ਮਾਫ ਕਰ ਦੇਣਾ ਮੈਂ ਸ਼ਬਦ ਵਰਤਾਂ, ਉਹ ਗੈਰ ਕਾਨੂੰਨੀ ਨੇ। ਉਹਨਾਂ ਜਗ੍ਹਾ ਤੇ ਬਣਾਏ ਨੇ ਜਿਹੜੀ ਜਗ੍ਹਾ ਦਾ ਹਿਸਟਰੀ ਜਿਹੜੀ ਹੈ ਉਹ ਸਾਫ਼ ਸੁਥਰੀ ਨਹੀਂ, ਉਹਨੂੰ ਅਸੀਂ ਖਰੀਦਿਆ ਨਹੀਂ। ਪਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਸਤ ਸੰਗਤ ਨਗਰ ਵਸਾਣਾ ਚਾਹਿਆ ਨਾ, ਉਦੋਂ ਇਹਨਾਂ ਰਾਜਿਆਂ ਨੇ ਤਜਵੀਜ਼ ਰੱਖੀ ਸੀ ਵੀ ਤੁਸੀਂ ਜਿੰਨੀ ਜਗ੍ਹਾ ਚਾਹੋ ਲੈ ਸਕਦੇ ਹੋ। ਹਜ਼ੂਰ ਬੜੀ ਦੂਰ ਅੰਦੇਸ਼ੀ ਨਾਲ ਸੋਚਿਆ ਵੀ ਅੱਜ ਇੱਥੇ ਆਏ ਆ, ਔਰ ਜਦੋਂ ਇੱਥੇ ਰਹਿਣ ਲੱਗ ਪਏ ਉਦੋਂ ਫਿਰ ਆਮ ਤੌਰ ਤੇ ਜਦੋਂ ਕੋਈ ਤਰੱਕੀ ਕਰਦਾ ਹੈ ਤੇ ਉਹਦੇ ਨਾਲ ਈਰਖਾ ਪੈਦਾ ਹੁੰਦੀ ਹੈ, ਔਰ ਉਸ ਈਰਖਾ ਵਸ ਇਹਨਾਂ ਨੇ ਫਿਰ ਸਮੱਸਿਆਵਾਂ ਖੜੀਆਂ ਕਰਨੀਆਂ। ਇਸ ਵਾਸਤੇ ਅਸੀਂ ਜਗ੍ਹਾ ਲਵਾਂਗੇ ਪਰ ਉਹਦੀ ਕੀਮਤ ਦੇ ਕੇ। ਇਤਿਹਾਸਕਾਰ ਇੱਥੋਂ ਤੱਕ ਲਿਖਦੇ ਨੇ ਬਈ ਬਾਕਾਇਦਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਇਹ ਜਿਹੜੀ ਜ਼ਮੀਨ ਬਹਿ ਲਈ ਸੀ ਉਹਦੀ ਲਿਖਤ ਕਰਾ ਕੇ ਉਸ ਪਟੇ ਦੀ, ਔਰ ਉਹ ਬਾਕਾਇਦਾ ਜਿਹੜੇ ਡਾਕੂਮੈਂਟਸ ਨੇ, ਜਿਹੜੇ ਕਾਗਜ਼ ਨੇ, ਉਹਨਾਂ ਨੂੰ ਸੰਭਾਲ ਕੇ ਰੱਖ ਲਿਆ ਗਿਆ। ਹੁਣ ਸਤ ਸੰਗਤ, ਜ਼ਰ ਖਰੀਦ ਜ਼ਮੀਨ ਹੋਵੇ ਸਾਡੀ ਜਾਂ ਤੁਹਾਡੀ, ਅਸੀਂ ਹੋਈਏ ਇੱਥੋਂ ਦੇ ਬੌਰਨ, ਔਰ ਸਾਡੇ ਕੋਲੋਂ ਕੋਈ ਉਹ ਖੋਵੇ ਤੇ ਅਸੀਂ ਨਿਰਸੰਦੇਹ ਕਵਾਂਗੇ ਵੀ ਇਹ ਸਰਾਸਰ ਜ਼ੁਲਮ ਹੈ, ਇਹ ਧੱਕਾ ਹੈ, ਇਹ ਜੰਗਲੀ ਰਾਜ ਹੈ। ਪਤਾ ਨਹੀਂ ਕੈਸੇ ਕੈਸੇ ਸ਼ਬਦ ਅਸੀਂ ਵਰਤਾਂਗੇ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨਾਲ ਕੁਝ ਇੰਜ ਹੀ ਹੋਇਆ ਜਿਸ ਤਰ੍ਹਾਂ ਮੈਂ ਆਪ ਜੀ ਦੇ ਸਾਹਮਣੇ ਬੇਨਤੀ ਕਰ ਰਿਹਾ। ਸ੍ਰੀ ਅਨੰਦਪੁਰ ਸਾਹਿਬ ਖਾਲੀ ਕਰਵਾਉਣ ਲਈ ਪਹਾੜੀ ਰਾਜਿਆਂ ਤੇ ਸ਼ਾਹੀ ਫੌਜਾਂ ਨੇ ਆਪਣੀ ਕੋਈ ਕਸਰ ਬਾਕੀ ਨਾ ਛੱਡੀ, ਔਰ ਇਹਨਾਂ ਜੰਗਾਂ ਵਿੱਚ ਦੁਵੱਲਾ ਜਾਨ ਮਾਲ ਦਾ ਨੁਕਸਾਨ ਹੋਇਆ, ਪਰ ਪਹਾੜੀਆਂ ਦਾ ਔਰ ਸ਼ਾਹੀ ਫੌਜ ਦਾ ਜਿਹੜਾ ਨੁਕਸਾਨ ਸੀ ਉਹ ਜ਼ਿਆਦਾ ਹੋਇਆ। ਅਨੰਦਪੁਰ ਸਾਹਿਬ ਦੇ ਅਖੀਰਲੇ ਜੰਗ ਵਿੱਚ, ਜਿਹਦੇ ਵਿੱਚ ਪ੍ਰਸ਼ਾਦੀ ਹਾਥੀ ਦਾ ਵੀ ਜ਼ਿਕਰ ਆਉਂਦਾ ਹੈ, ਖਿਮਾ ਕਰਨਾ, ਰਾਜਿਆਂ ਦਾ ਉਹ ਹਾਥੀ ਜਿਹਨੂੰ ਇਹਨਾਂ ਨੇ ਸ਼ਰਾਬ ਪਿਆ ਕੇ ਭੇਜਿਆ ਸੀ, ਔਰ ਭਾਈ ਉਦੈ ਸਿੰਘ ਦਾ ਇਸ ਪ੍ਰਕਾਰ ਯੁੱਧ ਵਿੱਚ ਆਪਣੇ ਜੌਹਰ ਵਿਖਾਣਾ, ਪਹਾੜੀਏ ਅੰਦਰੋਂ ਟੁੱਟ ਗਏ ਸਨ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਵੀ ਅਖੀਰਲੇ ਯੁੱਧ ਦੇ ਸਮਾਪਤੀ ਤੋਂ ਬਾਅਦ ਰਾਤ ਨੂੰ ਇਹਨਾਂ ਨੇ ਇੱਕ ਹੰਗਾਮੀ ਮੀਟਿੰਗ ਕੀਤੀ, ਜਿਹਦੇ ਵਿੱਚ ਪਹਾੜੀਆਂ ਨੇ ਇਹ ਕਿਹਾ ਵੀ ਲੜ ਕੇ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਕਿਲਾ ਖਾਲੀ ਨਹੀਂ ਕਰਵਾ ਸਕਦੇ। ਇਸ ਵਾਸਤੇ ਹੁਣ ਖਾਮਖਾ ਫੌਜਾਂ ਨੂੰ ਮਰਵਾਣਾ ਔਰ ਜਾਨ ਮਾਲ ਦਾ ਨੁਕਸਾਨ ਕਰਨਾ ਠੀਕ ਨਹੀਂ। ਇਸ ਵਾਸਤੇ ਗੁਰੂ ਸਵਾਰੀ ਸਾਧ ਸੰਗਤ ਫਿਲਹਾਲ ਜੰਗ ਨੂੰ ਟਾਲ ਦੇਣਾ ਚਾਹੀਦਾ ਹੈ। ਇਹ ਕਹਿ ਕੇ ਸਾਰੇ ਪਹਾੜੀਏ ਆਪਣੀਆਂ ਆਪਣੀਆਂ ਰਿਆਸਤਾਂ ਨੂੰ ਵਾਪਸ ਚਲੇ ਗਏ ਸਨ। ਹੁਣ ਕੁਝ ਸਮਾਂ ਲੰਘਿਆ, ਧਿਆਨ ਦਿਆ ਜੇ, ਕੁਝ ਸਮਾਂ ਲੰਘਿਆ ਤੇ ਕਹਿਲੂਰ ਵਿਖੇ ਭੀਮ ਚੰਦ ਨੇ ਫਿਰ ਸਾਰੇ ਪਹਾੜੀਆਂ ਦੀ ਇੱਕ ਮੀਟਿੰਗ ਸੱਦੀ। ਉਸ ਮੀਟਿੰਗ ਵਿੱਚ ਭੀਮ ਚੰਦ ਪਹਾੜੀ ਰਾਜਿਆਂ ਦਾ ਮੁਖੀ ਰਾਜਾ ਇੱਕ ਉੱਚੀ ਜਗ੍ਹਾ ਦੇ ਉੱਤੇ, ਸਤਿਕਾਰਯੋਗ ਜਗ੍ਹਾ ਦੇ ਉੱਤੇ ਬਹਿ ਗਿਆ
और बाकी तमाम राजे ਇਹਦਾ सत्कार कर करके सभा ਦੇ ਵਿੱਚ ਵਿਰਾਜਮਾਨ ਹੋਣੇ ਸ਼ੁਰੂ ਹੋ ਗਏ। ਮੀਟਿੰਗ ਸ਼ੁਰੂ ਹੋਈ, ਉਹਦੇ ਵਿੱਚ ਸਾਧ ਸੰਗਤ ਮੰਡਸਪਤ ਰਾਜੇ ਨੇ ਇਹ ਤਜਵੀਜ਼ ਰੱਖੀ ਵੀ ਜਦੋਂ ਸ੍ਰੀ ਅਨੰਦਪੁਰ ਸਾਹਿਬ ਦੀ ਲੜਾਈ ਸਮਾਪਤ ਹੋਈ ਸੀ ਤੇ ਉੱਥੇ ਵੀ ਸਾਡੀ ਇੱਕ ਮੀਟਿੰਗ ਹੋਈ ਸੀ। ਉਸ ਮੀਟਿੰਗ ਵਿੱਚ ਭੀਮ ਚੰਦ ਜੀ ਤੁਹਾਡੇ ਜਿਹੜੇ ਪ੍ਰਧਾਨ ਨੇ ਪੰਮਾ ਪ੍ਰੋਹਤ ਜੀ, ਉਹਨਾਂ ਨੇ ਕਿਹਾ ਸੀ ਵੀ ਤੁਸੀਂ ਯੁੱਧ ਸਮਾਪਤ ਕਰ ਦਿਓ, ਮੇਰੇ ਕੋਲ ਇੱਕ ਤਰੀਕਾ ਹੈ ਵੀ ਬਿਨਾਂ ਖੂਨ ਖਰਾਬੇ ਦੇ ਗੁਰੂ ਗੋਬਿੰਦ ਸਿੰਘ ਜੀ ਕਿਲਾ ਛੱਡ ਜਾਣਗੇ। ਉਹ ਤਰੀਕਾ ਕਦੋਂ ਦੱਸਣਾ ਹੈ? ਆਪਣੇ ਪ੍ਰਧਾਨ ਨੂੰ ਪੰਮੇ ਪ੍ਰੋਹਤ ਨੂੰ ਕਹੋ ਵੀ ਸਾਨੂੰ ਉਹ ਤਰੀਕਾ ਹੁਣ ਦੱਸੇ ਤਾਂ ਕਿ ਉਹ ਤਰੀਕਾ ਵਰਤ ਕੇ ਬਿਨਾਂ ਖੂਨ ਖਰਾਬਾ ਕੀਤੇ, ਕਿਉਂਕਿ ਇਹ ਸਤ ਸੰਗਤ ਵੀ मैं एक सिख प्रचारक हाँ और मैं गुरु गोबिंद सिंह की तारीफ करना मेरा एक वैसे ही नैतिक फर्ज है, ऐसी गल नहीं। सच्चाई ये है कि गुरु गोबिंद सिंह महाराज जी के समकाली लोगों में पूरी पृथ्वी ते एक भी योद्धा ऐसा नहीं सी जिहड़ा उन्हां दे सामने आके खड़ा हो सके। वो जदों अपने रोह विच आके नीले ते असवार हो निकलदे ते वो लाशां दे अंबार लगा देंदे, वो जिधर निकलदे चार छफेरे सब कुछ नेस्तो नाबूद हो जाता। ये सच्चाई है बई मैदाने जंग विच साध संगत नाश्ते विच किलो किलो मक्खण ते दोपहर की रोटी विच सबूता सबूता बकरा खाण वाले जदों अचानक गुरु गोबिंद सिंह दे सामने आउंदे ते बिना लड़े ही उन्हां दीयां पतलूनां गिल्लियां हो जांदियां। ऐसा मैदाने जंग विच तेग दी सफाई गुरु गोबिंद सिंह महाराज सच्चे पातशाह दिखाउंदे। इन्हां नूं बिल्कुल स्पष्ट हो गया सी कि युद्ध करके गुरु गोबिंद सिंह महाराज जी दे नाल असी पूरे नहीं उतर सकते। इन्हां कहा भी वो तरीका जिहड़ा तुसीं कहिंदे हो भी बिना लड़े बिना खून खराबा कीते किला खाली हो जाएगा, पंमे प्रोहत नूं दसो भी वो किहड़ा तरीका है। भीम चंद ने पंमे प्रोहत नूं इशारा किया, आखन लगा भी मेरा मतलब ये सी कहण तो भी गुरु गोबिंद सिंह नाल कठोरता कीतियां हट कीतियां जबरदस्ती कीतियां गल नहीं बननी, फिर की करना चाहिए है? कहने लगा मिन्नत कीतियां गल बन जाएगी। फिर असी सारे पहाड़ी राजे गुरु गोबिंद सिंह दी ईन मान लईए, समाज में चर्चा होवे भी इन्हां कहिंदे कवांदे राजपूत छतरी राजियां ने गुरु गोबिंद सिंह दे अगे मिन्नत कीती है बई यह गुरु गोबिंद सिंह असी लड़ के किला नहीं छड़ा सके, इस वास्ते किरपा करो साडी बेनती मान के किला छड्ड दिओ, साडे ते प्रैशर है दिल्ली तो। विचों कुछ राजियां ने यह भी तजवीज़ दिती भी इहदे विच कोई हर्ज नहीं, जे चुक जाण नाल किले खाली हुंदे ने, खून खराबा रुकदा है ते फिर सानू ऐसा कर लेना चाहिए। कथा लंबेरी है, मैं मुक्तसर अर्ज करां, तमाम पहाड़ी राजियां दा बहुमत इस पासे हो गया कि पंमे प्रोहत की सलाह मान लेनी चाहिए। ये कह के सभा उठा दी गई, पंमे नूं ये अधिकार दे दिते गए भी जे तुसी नीवी खिंच के किला खाली करा सकते हो तो असी सारे तुहाडे नाल। कहंदे ने पंमे प्रोहत ने आटे दी एक गऊ बनाई। ये विचार श्री गुरप्रताप सूरज ग्रंथ विच ज्ञानी संतोख सिंह जी ने निरूपण किए ने। फिर मैं अला यार खां जोगी दे भी कुछ विचार इस श्री आनंदपुर साहब के किले नूं छड्डण दे संदर्भ विच तुहाडी नज़र करांगा। साध संगत, इन्हें आटे दी एक गऊ दे 4 चरण, सिंग, पूछ, अखां, नासका, मुख सारे अंग बनाए और आटे दी गऊ बना के ये पंमा प्रोहत रात दे हनेरे विच चोरी श्री आनंदपुर साहब गया और किले दे दरवाजे दे सामने इस आटे दी गऊ नूं रखिया। चौंक विच कुछ चावल रखे ते एक पत्तर का चिट्ठी जिन्हों ठेठ पंजाबी च असीं कहीए वो लिखी, जिहदे विच ये लिखिया सी भी है गुरु गोबिंद सिंह पहाड़ी राजे गऊ दी शपथ लैंदे ने, गऊ दी सहुं चुकदे ने कि जे तुसी किला छड्डो ते तुहाडे ते आक्रमण नहीं किया जाएगा। और एक गल होर,
ਤੁਹਾਡੇ ਤੋਂ ਪਰਮਾਨੈਂਟ ਅਸੀਂ ਅਨੰਦਪੁਰ ਸਾਹਿਬ ਨਹੀਂ ਛਡਵਾ ਰਹੇ। ਇਹ ਗੱਲ ਹੱਠ ਦੀ ਏ। ਇੱਕ ਵਾਰੀ ਕਿਲਾ ਛੱਡ ਦਿਓ, 2-4-10 ਦਿਨ ਵਿਚਰ ਕੇ ਆਪਣੇ ਸਾਰੇ ਸਿੱਖਾਂ ਨੂੰ ਨਾਲ ਲੈ ਕੇ ਵਾਪਸ ਆ ਜਾਓ, ਸਾਨੂੰ ਕੋਈ ਇਤਰਾਜ਼ ਨਹੀਂ। ਸਿਰਫ ਇੱਕ ਵਾਰਾਂ ਕਿਲਾ ਛੱਡਣਾ ਹੈ, ਔਰ ਤੁਸੀਂ ਕਿਲਾ ਜਦੋਂ ਛੱਡੋਗੇ ਤੁਹਾਡੇ ਤੇ ਕੋਈ ਕਿਸੇ ਪਾਸਿਓਂ ਹੱਲਾ ਨਹੀਂ ਹੋਵੇਗਾ। ਇੱਕ ਤੇ ਵਿਚਾਰ ਕਿਲੇ ਨੂੰ ਛੱਡਣ ਦੇ ਸੰਦਰਭ ਵਿੱਚ ਜਿਹੜੀ ਉਥਾਨਕਾ ਹੈ, ਜਿਹੜੀ ਸਾਧ ਸੰਗਤ ਭੂਮਿਕਾ ਹੈ, ਵਿਦਵਾਨਾਂ ਨੇ ਇੱਕ ਵਿਚਾਰ ਇਹ ਵੀ ਲਿਖਿਆ, ਪਰ ਇਹ ਚੇਤਾ ਰਵੇ ਕਿ ਕਿਲਾ ਛਡਾਣ ਵਿੱਚ ਜਿੰਨੀ ਦਿਲਚਸਪੀ ਪਹਾੜੀ ਰਾਜਿਆਂ ਦੀ ਏ, ਉਦੋਂ ਕਿਤੇ ਜ਼ਿਆਦਾ ਦਿਲਚਸਪੀ ਬਾਦਸ਼ਾਹ ਔਰੰਗਜ਼ੇਬ ਦੀ ਵੀ ਹੈ। ਔਰੰਗਜ਼ੇਬ ਇੱਕ ਤਵਸਬੀ, ਕਠੋਰ ਔਰ ਜ਼ਾਲਮ ਕਿਸਮ ਦਾ ਸਮਰਾਟ ਹੈ। ਉਹ ਵੀ ਚਾਹੁੰਦਾ ਹੈ ਕਿ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਭੀੜ ਇਕੱਠੀ ਹੋ ਰਹੀ ਹੈ, ਉਹ ਤਾਕਤ ਪਕੜ ਰਹੇ ਨੇ, ਔਰ ਤਿਵੇਂ ਤਿਵੇਂ ਮੇਰਾ ਖਤਰਾ ਜਿਹੜਾ ਉਹ ਵੱਧ ਰਿਹਾ ਹੈ। ਤੋ ਉਹ ਮੌਕਾ ਆਉਣ ਤੇ ਸਾਧ ਸੰਗਤ ਆਪਣੇ ਪਿਤਾ ਨੂੰ ਨਹੀਂ ਬਖਸ਼ਦਾ, ਆਪਣੇ ਭਰਾਵਾਂ ਦਾ ਕਤਲ ਕਰਨ ਤੋਂ ਉਹ ਗੁਰੇਜ਼ ਨਹੀਂ ਕਰਦਾ। ਭਲਾ ਉਹਦੇ ਤੋਂ ਗੁਰੂ ਗੋਬਿੰਦ ਸਿੰਘ ਦੇ ਸੰਦਰਭ ਵਿੱਚ ਅੱਛੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ? ਨਹੀਂ ਕੀਤੀ ਜਾ ਸਕਦੀ। ਤੋ ਸਾਧ ਸੰਗਤ, ਅੱਲਾ ਯਾਰ ਖਾਂ ਜੋਗੀ ਨੇ ਗੰਜੇ ਸ਼ਹੀਦਾਂ ਨਾਮ ਦੀ ਪੁਸਤਕ ਦੇ 10, 11, 12, 13, 14, 15, 16 ਨੰਬਰ 6 ਲਾਈਨਾਂ ਦੇ ਇਹ ਜਿਹੜੇ ਸ਼ੇਰ ਨੇ, ਉਹ ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਦੇ ਸੰਦਰਭ ਵਿੱਚ ਰਸੀਦ ਕੀਤੇ ਨੇ। ਕਲਗੀਧਰ ਪਾਤਸ਼ਾਹ ਇਉਂ ਸਜੇ ਹੋਏ ਨੇ, ਦੀਵਾਨ ਲੱਗਾ ਹੋਇਆ ਹੈ, ਸਿੱਖ ਸੰਗਤਾਂ ਆ ਰਹੀਆਂ ਨੇ, ਵਿਚਾਰ ਵਟਾਂਦਰਾ ਹੋ ਰਿਹਾ ਹੈ। ਇਤਨੀ ਦੇਰ ਨੂੰ ਇੱਕ ਸਿੱਖ ਭੱਜਾ ਆਇਆ, ਉਹਨੇ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਇਤਲਾ ਕੀਤੀ। इतने में इत्तला हुई कि कासिद एक आया है, सरहंद के नवाब का पैगाम लाया है। इतला हुई भी महाराज सूबा सरहंद दा एक डाकिया, एक कासद, एक दूत कोई जरूरी सलाह लैके, जरूरी चिट्ठी लैके इत्थे पहुंचे। हजूर ने आख्या भी उन्होंने पेश करो। दरबार लगा होया है, हजूर सजे हुए ने, जिस तरह आप बैठे हो इस तरह संगतां बैठियां ने, और महाराज के सामने आके वो कासद हाथ में चिट्ठी लैके खड़ा हो गया। उन्हें की किया? एक ते साध संगत विचार किले छडाण बारे है, उन्होंने बिल्कुल संखेप च कह देंदे ने भी हिंदुआं ने गऊ ते मुसलमानां ने कुरान। उन्हां दी सहुं चुक के दूत भेजे भी किला छड्ड दिओ, हमला नहीं करांगे। पर ज्ञानी संतोख सिंह ते अल्लाह यार खां जोगी, इन्हां दो विद्वानां दे विचार मैं मुख्तलिफ तुहाडी अर्ज कर रहा, उम्मीद है तुसी दिलचस्पी दिखाओगे। इतने में इत्तला हुई कि कासिद एक आया है, सरहंद के नवाब का पैगाम लाया है। कहने लगा हजूर का रुतबा बुलंद हो। बड़ी तहजीब उर्दू जुबान विच, और आम तौर पर उदों सरकारी जुबान जिहड़ी है वो उर्दू हुंदी सी ज़्यादातर। उन्हें आके कलगीधर पातशाह के सामने बड़े अदब नाल सिजदा किया और कहने लगा हजूर का रुतबा होर उच्चा होवे। कहने लगा हजूर का रुतबा बुलंद हो, नानक की शान 10वें गुरु में दो चंद हो। 10वें गुरु जी नानक गुरु की शान तुहाडे विच होर वधे फुले। नानक की शान 10वें गुरु में दो चंद हो, हादी हो एक जमाने के तुम दर्दबंद हो। हादी मैंने आगू, तुसी एक जमाने दे आगू हो, क्योंकि जदों कोई व्यक्ति शरीर धार के आउंदा है तो उहदा एक पीरियड हुंदा है, 10, 20, 30, 40, 50, 100, 150 साल, इदों वध नहीं हुंदा। उहनूं असीं जमाना कहने आ। हादी हो एक जमाने के तुम दर्दबंद हो, कीजे मुआफ बात अगर ना पसंद हो। मैं जो कहण जा रहा हो सकता है तुहानूं पसंद ना होवे, जे ना पसंद आवे ना ते महाराज मैनूं माफ़ कर देना, क्योंकि मैं डाकिया वां, मैं कासिद हाँ, और जिदा मैं नफर हाँ, जिदा मैं खादूम हाँ, जिदा मैं नौकर हाँ। ਸਿੰਘੋ ਤੁਸੀਂ ਗੱਲਾਂ ਕਰਨੀਆਂ ਨੇ ਤੇ ਬੂਆ ਢੋਲੋ। ਇਹ ਗੁਰਮਖੋ ਮੈਂ ਤੁਹਾਨੂੰ ਕਹਿ ਰਿਹਾ, ਜਿਹੜੇ ਆ ਸਾਊਂਡਸ ਠੀਕ ਕਰਦੇ ਹੋ ਤੇ ਆ ਟੀਵੀ ਵਗੈਰਾ ਠੀਕ ਕਰਦੇ ਹੋ, ਜੇ ਤੁਸੀਂ ਗੱਲਾਂ ਕਰੋਗੇ ਤੇ ਸੰਗਤ ਨੂੰ ਤੁਸੀਂ ਕੀ ਸਮਝਾਓਗੇ? ਇੱਕ ਵਾਰੀ ਸਾਧ ਸੰਗਤ ਕਿਰਪਾ ਕਰੋ, ਆਖੋ ਸਤਨਾਮ ਸ੍ਰੀ। ਬੜਾ ਔਖਾ ਹੈ ਅੱਜ ਦੇ ਸਮੇਂ 'ਚ ਇਕਾਗਰਤਾ ਬਣਾਣੀ। ਕਿਉਂ? ਕਿਉਂਕਿ ਪੂਰੇ ਦਾ ਪੂਰਾ ਬੰਦਾ ਬਾਹਰ ਨਿਕਲਿਆ। ਮੈਨੂੰ ਕਈ ਵਾਰ ਇੱਥੇ ਬੈਠ ਕੇ ਮਹਿਸੂਸ ਹੁੰਦਾ ਵੀ
ਇਕਾਗਰਤਾ ਬਣਾਉਣ ਲਈ ਉਤਾਵਲਾ ਮੈਂ ਇਕੱਲਾ ਹੁੰਨਾ ਵਾਂ, ਹੋਰ ਸਾਰੇ ਜਿੰਨੇ ਤੁਸੀਂ ਪਾਰਟੀ ਸਪੋਰਟ ਕਰਦੇ ਹੋ ਸਾਰੇ ਹੀ ਇਹ ਕੋਸ਼ਿਸ਼ ਹੁੰਦੀ ਹੈ ਵੀ ਕਿਸੇ ਤਰ੍ਹਾਂ ਮਾਹੌਲ ਵਿਗਾੜਨਾ। ਕਿਤੇ ਮੇਰੀ ਥਾਂ ਤੇ ਬੈਠ ਕੇ ਦੇਖੋ, ਫਿਰ ਤੁਹਾਨੂੰ ਪਤਾ ਲੱਗੇ। ਤੁਸੀਂ ਟੇਬਲ ਟਾਕ 'ਚ ਗੱਲ ਕਰਦੇ ਹੋ ਨਾ, ਤੇ ਕੋਈ ਦੂਜਾ ਨਾਲ ਗੱਲ ਸ਼ੁਰੂ ਕਰਦਾ, ਕਿਹਦੀ ਗੱਲ ਸੁਣੋਗੇ ਤੁਸੀਂ? ਸੇਮ ਟਾਈਮ ਦੋ ਜਣੇ ਬੋਲਣ ਲੱਗ ਪੈਣ, ਕੀ ਕਰੋਗੇ ਤੁਸੀਂ? ਤਾਂ ਇਹ ਬੜਾ ਪ੍ਰਾਈਮ ਟਾਈਮ ਹੁੰਦਾ ਹੈ, ਇਹਨੂੰ ਅਸੀਂ ਇਹਦਾ ਸਦਉਪਯੋਗ ਕਰਨਾ ਹੈ। ਔਰ ਇਹ ਜਿੰਨਾ ਵੀ ਖਲਜਗਾ ਨੇ, ਇਹ ਜਿੰਨਾ ਸਰੰਜਾਮ ਹੈ, ਪ੍ਰਯੋਜਨ ਕੀ ਇਹਦਾ? ਅਸੀਂ ਗੁਰਬਾਣੀ ਕੀਰਤਨ ਤੇ ਗੁਰਬਾਣੀ ਕਥਾ ਨਾਲ ਜੁੜਨਾ, ਬਾਕੀ ਸਾਰਾ ਤੇ ਇਹਨੂੰ ਕ੍ਰੀਏਟ ਕਰਨ ਵਾਸਤੇ ਹੈ ਨਾ। ਤੇ ਜੇ ਉਸ ਮੌਕੇ ਤੇ ਅਸੀਂ ਖਲਲ ਪਾਨੇ ਆ ਤੇ ਫਿਰ ਬਾਕੀ ਸਰੰਜਾਮ ਕਰਨ ਦਾ ਫਾਇਦਾ ਕੀ ਹੈ? ਕੋਈ ਫਾਇਦਾ नहींगा। कहने लगा आपका रुतबा बुलंद हो, नानक की शान 10वें गुरु में दो चंद हो। तुहाडा रुतबा बुलंद होवे, हादी हो एक जमाने के तुम दर्दबंद हो, कीजे मुआफ बात अगर ना पसंद हो। फिर कहने लगा मैं सरहंद के नवाब का पैगाम लाया हूं, फुरमान शाही दिल्ली के पाबंद लाया। जेड़ा दिल्ली दे शाही फुरमान दा पाबंद है ना, वजीर खान, मैं ओदा पैगाम लेके आया। वो कौन है? औरंगजेब। औरंगजेब दा पैगाम जेड़ा कान ते मन दोवें दे के सुनने वाला है, वो बकायदा लिखती सी। जेड़ा दिल्ली तो सरहंद आया सी ते सरहंद तो श्री आनंदपुर साहब आया सी। की पैगाम सी? छोड़ो आनंदपुर, ये शाही मुकाम है। ये आनंदपुर साहब शाही मुकाम है, बादशाह की धरती है, तुहाडी धरती नहीं। इनू कहते हैं सरासर जुल्म। छोड़ो आनंदपुर, ये शाही मुकाम है। 100 गज जगह लैके असी घर बना लईए, रजिस्ट्रेशन साडी होवे, इंतकाल साडा होवे, गिरदावरी साडी होवे, उथों दा बिल बिजली दा, टैलीफोन दा, दुनिया भर दे बिलों के सबूत भी साडे कोल होण, और अचानक कोई कवे भी ये जगह तुहाडी नहीं साडी है, और पकड़ बाहर निकाले तो असी की कवांगे? जुल्म है, धक्का है, कवांगे ना। 100 गज जगह नहीं, पूरे माखोवाल नगर की जगह महाराज ने मुल खरीदी सी, कई 100 एकड़। अचानक हुक्म आया, छोड़ो आनंदपुर, ये शाही मुकाम है, मखदूस इस जगह पे तुम्हारा कयाम है। तुहाडा इत्थे रहना खतरे तो खाली नहीं, फौजों और किलों से क्या तुमको काम है? अरे लड़ना ही जब नहीं तो क्यों ये धूमधाम है? खैर चाहते हो तो अपने कहे पे अमल करो, खामखा हम दमों को ना नजरे अजल करो। श्री आनंदपुर साहब नू छड्ड दिओ, क्योंकि ये बादशाह की जगह है, शाही मुकाम है, और तुहाडा इत्थे रहना खतरे तो खाली नहीं। साध संगत, असल विच ना ये नेकी दी ते बदी दी जंग है। एक पासे गुरु गोबिंद सिंह महाराज सच्चे पातशाह जिहड़े लोकाई दा भला चाहुंदे ने, सतगुर सबना दा भला मनाएंदा, वो गुरु गोबिंद सिंह महाराज जिहड़े सारियां दा ही भला चाहुंदे ने, जिहड़े विरोधियां दा भी भला चाहुंदे ने। ते साध संगत, एक पासे वो औरंगजेब जिदा अपना पिता का भी भला नहीं चाहता, अपने भरावां का भी भला नहीं चाहता। एक दिन शाहजहान ने कहा सी औरंगजेब नू सिपाही के माध्यम नाल, बेटा मैं प्यासा वां, मैनू पानी भेज दे पीण वास्ते हवालात विच। अज जिन्हां हिंदुआं नू तू बुरा कहना है, ये तो अपने मर गए पितरां दे निमित्त भी लोगों को प्रशादा छकांदे ने ते पानी पिआंदे ने। मैं तो जिंदा वां, वो तो मर गए पितरां दे निमित्त भी सेवा करते ने। बेटा मैनू पानी भेज। ते इन्हें जवाब जिहड़ा भेजिया कठोर हिरदे वाले ने, कहन लगा अब्बा तू मेरे कोलों कुछ कागज कलम ते शाही मंगाई सी, तेनू लिखण दा शौक है, वो